हाँ जी प्यारे बच्चों नमस्कार। अज आप गल करांगे पंजाबी पुस्तक पंजवीं जमात की पंजाबी पुस्तक पाठ नंबर 18 कही हस पई। इस पाठ के प्रश्न उत्तर करावांगे और इस पाठ नूं पढ़ांगे भी। तुसीं पूरी वीडियो जरूर देखनी है। इस तो इलावा बाकी पाठां के प्रश्न उत्तर करने लई तुसीं पंजवीं जमात पंजाबी पुस्तक नां दी प्लेलिस्ट है, प्लेलिस्ट दे विच तुहानूं सारे पाठां के प्रश्न उत्तर मिल जाणगे। हुण आपां पाठ नूं पढ़ना शुरू करदे हां। मैं हुण रुख नहीं वढ सकदा, कुहाड़ा बोलिया। अपने हत्थ विच फड़े कुहाड़े की गल सुन के अमरीक सिंह सोची पै गया। अमरीक सिंह अज सुबकते ही कही कुहाड़ा, आरी, रस्से ते होर लोड़ीदा समान लैके खेत आ गया सी। यह निम्म दा रुख हर साल कणक ते झोने की वढाई वेले उसकी कंबाइन नूं उड़िक्का लाउंदा सी। पूरे खेत विच कंबाइन नूं बेरोक चलाउण लई अमरीक सिंह ने इस रुख नूं वढण दा इरादा बनाया सी। कुहाड़े दे बोलण सार ही ओह डर गया। पता नहीं की शै बोलदी है। उसके डर नाल कंबदे हत्थां विचों कुहाड़ा डिग पिया। ओह तरबक के पिछे नूं हटदा होया कुहाड़े नूं बोलिया, की गल तू रुख क्यों नहीं वढ सकदा? की तेरी धार तिखी नहीं? धार तां मेरी बड़ी तेज है, पर यह रुख वढण लई नहीं। कुहाड़ा धीरज नाल बोलिया, मेरा खेत है, मेरे दादे दा लाया रुख है। तैनूं दस की तकलीफ है? अमरीक सिंह ने अपना हक जताया। तकलीफ तां भाई ये है कि खेत 'च इक्को रुख रह गया है। जे ये भी वढ दिता तां पंछी आलणे कित्थे पाउणगे, आंडे कित्थे देणगे, मींह हनेरी विच की बनू उन्हां दा? कुहाड़े ने निम्म दे फले फुੱਲੇ रुख नूं बचाउण लई अपना पक्ष दस्सिया। कुहाड़े की गल सुण के सोचां विच पिया अमरीक सिंह खेत की वट उत्ते बैठ गया। इन्ने नूं दलीप ते सोहणा भी आ गए। चल बई चाचा, तेरी इस निम्म नूं वढ सुट्टीए। सोहण ने आउण सार ही कही नूं हत्थ पा लिया। सोहण अजे निम्म दे आले दुआले गेड़ा दे के उसदियां जड़ां नंगीਆਂ करन लई ਤਿਆਰ ही होया सी कि कही बोल पई, सोहण सिਆਂ निम्म दीਆਂ जड़ां दुआलिओ मैं मिट्टी नहीं पुट्टणी। सोहण सिंह नूं कुਝ ना सुझिया। ਉਹ डौर भौर होया अपने आले दुआले देखण लग पिया। चाचा कही बोलदी है। ਉਹ हैरान परेशान होया अमरीक सिंह कोल आ गया। बोलदी है कही तेरी, ਕੰਮ ਕਰਨ ਦੀ ਨੀਤ नहीं तेरी? ਆਉਣ ਸਾਰ ਬਹਾਨੇ ਬਣਾਉਣ ਲੱਗ ਪਿਆ। ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸਦੇ ਹੱਥੋਂ ਕਹੀ ਫੜ ਲਈ। ਸੱਚੀ ਮੈਂ ਕਿਤੇ ਝੂਠ ਬੋਲਦਾ? ਮੈਨੂੰ ਆਵਾਜ਼ ਪਈ ਹੈ। ਓਏ ਡਰਾਕਲਾ ਆ ਜਾ, ਮੈਂ ਦੇਖਦਾ। ਕਹੀ ਦਲੀਪ ਕਹੀ ਮੋਢੇ ਉੱਤੇ ਰੱਖ ਕੇ ਨਿੰਮ ਕੋਲ ਆ ਗਿਆ। ਇੰਨੇ ਨੂੰ ਕਹੀ ਬੋਲ ਪਈ, ਦਲੀਪ ਭਾਈ ਚਲਾਈ ਨਾ, ਮੈਂ ਨਹੀਂ ਪੁੱਟਣੀ ਮਿੱਟੀ। ਦਲੀਪ ਆ ਜਾ ਭਾਈ ਦਲੀਪ। ਪਹਿਲਾਂ ਕੁਹਾੜੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ। ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ, ਪਰ ਹੁਣ ਕਹੀ ਨੇ ਵੀ ਜਵਾਬ ਦੇ ਦਿੱਤਾ। ਬਸ ਚਾਚਾ ਹੁਣ ਤਾਂ ਨਿੰਮ ਹੀ ਬੋਲਣੋਂ ਰਹਿ ਗਈ। ਬਈ ਮੈਨੂੰ ਨਾ ਵੱਢਿਓ। ਸੋਹਣ ਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ। ਸੋਹਣ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਨਿੰਮ ਬੋਲ ਪਈ, ਹਾਂ ਭਾਈ ਸੋਹਣ ਮੈਨੂੰ ਨਾ ਵੱਢਿਓ। ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਚਾਚਾ ਜ਼ਰੂਰ ਕੋਈ ਗੱਲ ਹੈ। ਨਿੰਮ ਵੀ ਗੱਲਾਂ ਕਰਦੀ ਹੈ। ਨਿੰਮ ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਹੈ। ਇੱਥੋਂ ਭੱਜ ਲਓ। ਦਲੀਪ ਤੇ ਸੋਹਣਾ ਭੱਜਣ ਲਈ ਤਿਆਰ ਖੜੇ ਸਨ। ਠਹਿਰੋ ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ। ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸਦੀਆਂ ਬਾਤਾਂ ਵਿੱਚ ਪਸ਼ੂ ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ, ਪਰ ਕਹੀ ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ। ਉਹ ਮੂੰਹ ਵਿੱਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਨੂੰ ਦੇਖਣ ਲੱਗ ਪਿਆ। ਅਮਰੀਕ ਸਿਆਂ, ਤੇਰੇ ਦਾਦੇ ਬਸੰਤ ਸਿਉ ਨੇ ਖੇਤ ਵਿੱਚ 5 ਰੁੱਖ ਲਾਏ ਸਨ। ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ, ਪਰ ਉਹਨਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ ਗਿਆ ਏਂ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਅ ਜੰਤੂ ਜਿਉਂਦੇ ਨੇ। ਰੁੱਖਾਂ ਤੋਂ ਬਗੈਰ ਉਹਨਾਂ ਸਭਨਾਂ ਦਾ ਕੀ ਬਣੂ? ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ। ਆ ਜੋ ਰੋਟੀ ਖਾ ਲਓ। ਇੰਨੇ ਨੂੰ ਅਮਰੀਕ ਸਿੰਘ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਹੇਕ ਵਿੱਚ ਆਵਾਜ਼ ਸੁਣਾਈ ਦਿੱਤੀ। ਆ ਸੁਣ ਲੈ ਭਗਵਾਨ ਕੁਰੇ, ਨਿੰਮ ਬੋਲਦੀ ਹੈ ਬਈ, ਮੈਨੂੰ ਨਾ ਵੱਢੋ। ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ, ਲੈ ਤੁਹਾਨੂੰ ਹਰ ਵਕਤ ਮਖੌਲ ਸੁਝਦੇ ਰਹਿੰਦੇ ਨੇ। ਆਓ ਪਹਿਲਾਂ ਰੋਟੀ ਖਾ ਲਓ। ਭਗਵਾਨ ਕੌਰ ਨੇ ਖਾਲ ਦੀ ਵੱਟ ਉੱਤੇ ਰੋਟੀਆਂ ਵਾਲੀ
ਟੋਕਰੀ ਤੇ ਲੱਸੀ ਵਾਲਾ ਕੁੱਜਾ ਰੱਖਦਿਆਂ ਕਿਹਾ। ਚਾਚੀ ਸੱਚਮੁੱਚ ਨਿੰਮ ਵੀ ਬੋਲਦੀ ਹੈ ਤੇ ਕਹੀ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ। ਅਸੀਂ ਕੰਨੀ ਸੁਣੇ ਨੇ। ਦਲੀਪ ਤੇ ਸੋਹਣ ਇਕੱਠੇ ਹੀ ਬੋਲ ਪਏ। ਅੱਛਾ। ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨ ਕੌਰ ਨਿੰਮ ਦੇ ਕੋਲ ਖੜੇ ਅਮਰੀਕ ਦੇ ਕੋਲ ਆ ਗਈ। ਲੈ ਮੈਂ ਵੀ ਸੁਣਾ ਭਲਾ ਨਿੰਮ ਕਿਵੇਂ ਬੋਲਦੀ ਹੁੰਦੀ ਹੈ। ਬੋਲ ਨਿੰਮੇ ਬੋਲ। ਭਗਵਾਨ ਕੌਰ ਖਿੜ ਹੱਸ ਰਹੀ ਸੀ। ਭਗਵਾਨ ਕੌਰੇ, ਤੇਰੀ ਸੱਸ ਮੇਰੀਆਂ ਨਮੋਲੀਆਂ ਦਾ ਸਾਬਣ ਬਣਾਉਂਦੀ ਸੀ। ਜਦੋਂ ਅਮਰੀਕ ਸਿਉਂ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀਆਂ ਹਰੀਆਂ ਟਹਿਣੀਆਂ ਲਿਜਾ ਕੇ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਾਈ ਸੱਚੀ ਬੋਲਦੀ ਲੱਗਦੀ ਹੈ ਨਿੰਮ ਤਾਂ। ਉਹ ਡਰ ਕੇ ਨਿੰਮ ਦੇ ਤਣੇ ਤੋਂ ਹੱਥ ਚੁੱਕਦੀ ਬੋਲੀ। ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਬਾਰੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂੰਹਦਿਆਂ ਹੋਇਆਂ ਬੋਲਦੀ ਰਹੀ। ਨਿੰਮ ਭੈਣੇ, ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਵਾਉਣਾ ਏ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਬਣਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜੀ ਹੋ ਗਈ। ਰੁੱਖਾਂ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਢਣ ਦੇ ਨਾਲ ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ। ਉਸ ਨੂੰ ਕਹੀ ਅਤੇ ਕੁਹਾੜੇ ਦੋਹਾਂ ਦੀ ਇਕੱਠੀ ਆਵਾਜ਼ ਸੁਣਾਈ ਦਿੱਤੀ। ਹਾਂ, ਇਹ ਗੱਲ ਤਾਂ ਠੀਕ ਹੈ ਭਾਈ। ਜਦ ਮੈਂ ਵਿਆਹੀ ਆਈ ਸੀ ਤਾਂ ਆਹ ਰਾਹ ਦੇ ਦੋਹੀਂ ਪਾਸੀਂ ਬੇਰੀਆਂ ਦੀ ਪਾਲ ਹੁੰਦੀ ਸੀ। ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ ਖਾਂਦੇ ਖੇਤ ਪਹੁੰਚ ਜਾਂਦੇ। ਘਰਾਂ ਨੂੰ ਮੁੜਦੇ ਤਾਂ ਫਿਰ ਬੇਰਾਂ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਂਦੇ। ਹੁਣ ਤੇ ਖੇਤਾਂ ਤੋਂ ਪਿੰਡ ਤੱਕ ਰੜਾ ਮੈਦਾਨ ਪਿਆ ਏ। ਸੱਚਮੁੱਚ ਰੁੱਖਾਂ ਤੋਂ ਬਿਨਾਂ ਮੈਨੂੰ ਤਾਂ ਆਪ ਖੇਤ ਸੁੰਨੇ ਸੁੰਨੇ ਲੱਗਦੇ ਐ। ਭਾਈ ਗੱਲਾਂ ਕਰਦੀ ਕਰਦੀ ਭਗਵਾਨ ਕੌਰ ਆਪ ਉਦਾਸ ਹੋ ਗਈ ਸੀ। ਭਗਵਾਨ ਕੁਰੇ, ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਏ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਨੇ ਰੁੱਖ ਵੱਢ ਕੇ ਆਰੇ ਵਾਲਿਆਂ ਨੂੰ ਵੇਚ ਦਿੱਤੇ ਨੇ। ਸਾਡੇ ਵਾਂਗੂ ਸਾਰੇ ਲੋਕੀ ਸਵਾਰਥੀ ਹੋ ਗਏ ਨੇ। ਅਮਰੀਕ ਸਿੰਘ ਦੇ ਬੋਲਾਂ ਵਿੱਚ ਵੀ ਉਦਾਸੀ ਭਰੀ ਹੋਈ ਸੀ। ਚਾਚਾ, ਮੈਨੂੰ ਨਿੰਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਨੇ। ਮਾਸਟਰ ਜੀ ਕਹਿੰਦੇ ਹੁੰਦੇ ਸੀ, ਜੇ ਧਰਤੀ ਉੱਤੇ ਰੁੱਖ ਨਾ ਰਹੇ ਤਾਂ ਧਰਤੀ 'ਤੇ ਕੋਈ ਵੀ ਜੀਅ ਜੰਤੂ ਜਿਉਂਦਾ ਨਹੀਂ ਰਹਿ ਸਕਦਾ। ਸੋਹਣਾ ਇੰਨੀ ਗੱਲ ਕਹਿ ਕੇ ਮੱਥੇ ਉੱਤੇ ਹੱਥ ਮਾਰਦਾ ਹੋਇਆ ਖਾਲ ਦੀ ਵੱਟ 'ਤੇ ਬਹਿ ਗਿਆ। ਓਏ ਆਹੋ, ਆਕਸੀਜਨ ਦਿੰਦੇ ਆ ਰੁੱਖ, ਆਕਸੀਜਨ ਨਾਲ ਬੰਦਾ ਜਿਉਂਦਾ। ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਦਲੀਪ ਵੀ ਸੋਹਣ ਦੇ ਕੋਲ ਆ ਕੇ ਬੈਠ ਗਿਆ। ਭਗਵਾਨ ਕੁਰੇ, ਮੈਂ ਤਾਂ ਕਹਿੰਦਾ ਬਈ ਸਾਡੇ ਨਾਲੋਂ ਤਾਂ ਕਹੀ ਤੇ ਕੁਹਾੜਾ ਹੀ ਚੰਗੇ ਨੇ, ਜਾਂ ਫਿਰ ਮੇਰਾ ਪੁੱਤ ਗੁਰਦੀਪ, ਜਿਸਨੇ ਨਿੰਮ ਵੱਢਣ ਤੋਂ ਮੈਨੂੰ ਬੜਾ ਰੋਕਿਆ, ਪਰ ਮੈਂ ਹੀ ਲਾਲਚੀ ਹੋ ਗਿਆ ਸੀ। ਚਾਚਾ ਜਾਪਦਾ ਗੁਰਦੀਪ ਖੇਤ ਵਿੱਚ ਲਾਉਣ ਲਈ ਬੂਟੇ ਲੈ ਕੇ ਆ ਗਿਆ। ਦਲੀਪ ਉੱਠ ਕੇ ਪਿੰਡ ਵੱਲ ਦੇਖਦਾ ਬੋਲਿਆ। ਓਏ ਆਹੋ, ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਗੁਰਦੀਪ, ਬਈ ਬੂਟੇ ਲਾਉਣ ਲਈ ਟੋਏ ਪੁੱਟ ਕੇ ਰੱਖਿਓ। ਉਹ ਕਹਿੰਦਾ ਸੀ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਜਿੰਨੇ ਸਾਲ ਉਮਰ ਦੇ ਉਨੇ ਰੁੱਖਾਂ ਦੇ ਬੂਟੇ। ਨਿੰਮ ਭੈਣ ਦੇਖ ਲੈ, ਮੇਰਾ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਹੈ। ਨਿੰਮ ਵੱਲ ਮੂੰਹ ਕਰਕੇ ਭਗਵਾਨ ਕੌਰ ਨੇ ਦੋਵੇਂ ਹੱਥ ਜੋੜੇ। ਚੱਲ ਬਈ ਦਲੀਪ, ਬੂਟੇ ਲਾਉਣ ਲਈ ਟੋਏ ਪੁੱਟਣੇ ਸ਼ੁਰੂ ਕਰੀਏ। ਅਮਰੀਕ ਸਿੰਘ ਨੇ ਗੁਰਦੀਪ ਨੂੰ ਬੂਟੇ ਚੱਕੀ ਆਉਂਦਿਆਂ ਦੇਖ ਕੇ ਕਿਹਾ। ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਖਿੜ ਹੱਸਣ ਲੱਗ ਪਈ। ਔਖੇ ਸ਼ਬਦਾਂ ਦੇ ਅਰਥ। ਸੁਬਖਤੇ ਸਵੇਰ ਵੇਲੇ, ਬੇਰੋਕ ਰੋਕੇ ਬਿਨਾਂ, ਤਰਬਕ ਕੇ ਡਰ ਕੇ, ਡੌਰ ਪੌਰ ਹੋਣਾ, ਹੈਰਾਨ ਹੋਣਾ, ਸਪਸ਼ਟ ਸਾਫ਼ ਖਾਲ, ਖੇਤਾਂ ਵਿੱਚ ਕਿਆਰੀਆਂ ਤੱਕ ਪਾਣੀ ਲਿਜਾਣ ਲਈ 2 ਵੱਟਾਂ ਦੇ ਵਿਚਕਾਰਲੀ ਜਗ੍ਹਾ, ਕੁੱਜਾ, ਮਿੱਟੀ ਦਾ ਛੋਟਾ ਘੜੇ ਵਰਗਾ ਭਾਂਡਾ, ਨਿਮੋਲੀਆਂ, ਨਿੰਮ ਨੂੰ ਲੱਗਣ ਵਾਲਾ ਫਲ, ਹੱਥ ਬੰਨ੍ਹ ਕੇ ਖੜਨਾ, ਹੱਥ ਜੋੜ ਕੇ ਖੜੇ ਹੋਣਾ, ਪਾਲ, ਕਤਾਰ, ਅੜਿੱਕਾ, ਰੋਕ, ਸ਼ੈ, ਚੀਜ਼, ਧੀਰਜ, ਹੌਸਲਾ, ਡਰਾਕਲਾ ਡਰਪੋਕ ਜਿਹਾ, ਤਰੇਲੀਆਂ ਆਉਣੀਆਂ, ਡਰ ਨਾਲ ਘਬਰਾ ਜਾਣਾ, ਬੈਠਕ, ਘਰ ਵਿੱਚ ਬੈਠਣ ਵਾਲਾ ਕਮਰਾ, ਸਵਾਰਥੀ ਮਤਲਬ ਕੱਢਣ ਵਾਲਾ, ਰੜਾ ਖਾਲੀ। ਕੁਝ ਹੋਰ ਯਾਦ ਰੱਖਣ ਯੋਗ ਗੱਲਾਂ। ਰੁੱਖ ਵੀ ਸੰਜੀਵ ਹੁੰਦੇ ਹਨ। ਇਹ ਵੀ ਸਾਡੇ ਵਾਂਗ ਖਾਂਦੇ ਪੀਂਦੇ ਅਤੇ ਮਹਿਸੂਸ ਕਰਦੇ ਹਨ। ਸਾਨੂੰ ਧਰਤੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਸ਼ੁੱਧ ਅਤੇ ਸਾਫ਼ ਆਕਸੀਜਨ ਮਿਲਦੀ ਹੈ।
ਹਰ ਬੱਚੇ ਨੂੰ ਆਪਣੇ ਜਨਮ ਦਿਨ 'ਤੇ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਹੁਣ ਆਪਾਂ ਇਸ ਦਾ ਪਾਠ ਅਭਿਆਸ ਕਰਦੇ ਹਾਂ। ਜ਼ੁਬਾਨੀ ਅਭਿਆਸ। ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ? ਅਮਰੀਕ ਸਿੰਘ ਨੂੰ ਕੁਹਾੜੇ ਨੇ ਕਿਹਾ, ਉਹ ਹੁਣ ਰੁੱਖ ਨਹੀਂ ਵੱਢ ਸਕਦਾ ਹੈ। ਤਾਂ ਕੁਹਾੜੇ ਨੇ ਕੀ ਕਿਹਾ ਸੀ ਬੱਚਿਓ ਕਿ ਕੁਹਾੜਾ ਹੁਣ ਰੁੱਖ ਨਹੀਂ ਵੱਢੇਗਾ। ਨੰਬਰ 2, ਕੰਬਾਈਨ ਕੀ ਹੁੰਦੀ ਹੈ? ਕੰਬਾਈਨ ਨਾਲ ਕਣਕ ਦੀ ਵਢਾਈ ਤੇ ਗਹਾਈ ਕੀਤੀ ਜਾਂਦੀ ਹੈ। ਕੰਬਾਈਨ ਕੀ ਹੁੰਦੀ ਹੈ ਬੱਚਿਓ? ਜਿਸ ਦੇ ਨਾਲ ਕਣਕ ਦੀ ਵਢਾਈ ਤੇ ਗੁਹਾਈ ਕੀਤੀ ਜਾਂਦੀ ਹੈ। ਨੰਬਰ 3, ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਭਗਵਾਨ ਕੌਰ ਦੀ ਸੱਸ ਨਿੰਮ ਦੀਆਂ ਨਿਮੋਲੀਆਂ ਤੋਂ ਸਾਬਣ ਬਣਾਉਂਦੀ ਸੀ। ਨੰਬਰ 4, ਕਹਾਣੀ ਵਿੱਚ ਆਪਣਾ ਜਨਮਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ? ਕਹਾਣੀ ਵਿੱਚ ਗੁਰਦੀਪ ਨੇ ਜਨਮਦਿਨ ਬੂਟੇ ਲਾ ਕੇ ਮਨਾਇਆ। ਅਗਲੇ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 1, ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜ੍ਹੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ? ਉੱਤਰ, ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜ੍ਹੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਢਣਾ ਚਾਹੁੰਦਾ ਸੀ ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਢੀ ਸਮੇਂ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਕਰ ਲਿਆ ਸੀ। ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ? ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਇਨਕਾਰ ਇਸ ਕਰਕੇ ਕਰ ਦਿੱਤਾ ਸੀ ਕਿਉਂਕਿ ਖੇਤ ਵਿੱਚ ਇੱਕੋ ਰੁੱਖ ਰਹਿ ਗਿਆ ਸੀ। ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣਾ ਕਿੱਥੇ ਪਾਉਣਗੇ, ਉਹ ਆਂਡੇ ਕਿੱਥੇ ਦੇਣਗੇ, ਮੀਂਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ। ਇਸ ਕਰਕੇ ਉਸਨੇ ਰੁੱਖ ਨੂੰ ਵੱਢਣ ਤੋਂ ਇਨਕਾਰ ਕਰ ਦਿੱਤਾ। ਨਿੰਮ ਦੇ ਰੁੱਖ ਨੇ ਅਮਰੀਕ ਨੂੰ ਕਿਹੜੀਆਂ ਗੱਲਾਂ ਆਖੀਆਂ? ਨਿੰਮ ਦੇ ਰੁੱਖ ਨੇ ਅਮਰੀਕ ਨੂੰ ਕਿਹਾ ਕਿ ਉਸਦੇ ਦਾਦਾ ਬਸੰਤ ਸਿੰਘ ਨੇ ਖੇਤ ਵਿੱਚ 5 ਰੁੱਖ ਲਾਏ ਸਨ, ਜਿਨ੍ਹਾਂ ਵਿੱਚੋਂ 4 ਉਸਨੇ ਵੱਢ ਲਏ ਹਨ, ਪਰ ਉਹਨਾਂ ਦੀ ਥਾਂ 'ਤੇ ਉਸਨੇ ਇੱਕ ਰੁੱਖ ਵੀ ਨਹੀਂ ਲਾਇਆ। ਰੁੱਖਾਂ ਉੱਤੇ ਸਾਰੇ ਜੀਵ ਜੰਤੂ ਰਹਿੰਦੇ ਹਨ, ਰੁੱਖਾਂ ਤੋਂ ਬਗੈਰ ਉਹਨਾਂ ਦਾ ਕੀ ਬਣੇਗਾ, ਇਸ ਕਰਕੇ ਉਹ ਉਸ ਨੂੰ ਨਾ ਵੱਢੇ। ਅਗਲਾ ਪ੍ਰਸ਼ਨ ਹੈਗੇ, ਕਹੀ ਕਿਉਂ ਹੱਸ ਪਈ ਸੀ? ਕਹੀ ਇਸ ਕਰਕੇ ਹੱਸ ਪਈ ਸੀ ਕਿਉਂਕਿ ਉਸਨੇ ਦੇਖਿਆ ਕਿ ਅਮਰੀਕ ਸਿੰਘ ਨੇ ਉਸਨੂੰ ਨਿੰਮ ਵੱਢਣ ਲਈ ਵਰਤਣ ਦੀ ਥਾਂ ਨਵੇਂ ਰੁੱਖ ਲਾਉਣ ਖਾਤਰ ਟੋਏ ਪੁੱਟਣ ਲਈ ਵਰਤਣ ਦਾ ਫੈਸਲਾ ਕਰ ਲਿਆ ਸੀ। ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ? ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਭਾਰੀ ਮਹੱਤਤਾ ਹੈ। ਅਸਲ ਵਿੱਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਰੁੱਖ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਇਸ ਤੋਂ ਇਲਾਵਾ ਖਾਣ ਲਈ ਫਲ ਅਤੇ ਬੂਹੇ ਬਾਰੀਆਂ, ਮੰਜੇ ਪੀੜ੍ਹੀਆਂ ਤੇ ਬਾਲਣ ਲਈ ਲੱਕੜ ਦਿੰਦੇ ਹਨ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ, ਫਲਾਂ ਆਦਿ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕਹੀ, ਕਿਸਾਨ ਖੇਤੀ ਕਰਨ ਲਈ ਕਹੀ ਦੀ ਵਰਤੋਂ ਕਰਦਾ ਹੈ। ਨਿੰਮ ਵਿੱਚ ਕਈ ਗੁਣ ਮੌਜੂਦ ਹੁੰਦੇ ਹਨ। ਰੁੱਖ ਇਨਸਾਨ ਨੂੰ ਆਕਸੀਜਨ ਦਿੰਦੇ ਹਨ। ਧਰਤੀ ਗੋਲ ਹੈ। ਨਿਮੋਲੀਆਂ, ਨਿੰਮ ਦੇ ਫਲ ਨੂੰ ਨਿਮੋਲੀਆਂ ਕਹਿੰਦੇ ਹਨ। ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ। ਕਹੀ ਕਹੀਆਂ, ਬੇਰੀ ਬੇਰੀਆਂ, ਰੁੱਖ ਰੁੱਖਾਂ, ਕਣਕ ਕਣਕਾਂ। ਰੋਟੀ ਰੋਟੀਆਂ, ਪੰਛੀ ਪੰਛੀਆਂ, ਲੱਕੜੀ ਲੱਕੜੀਆਂ, ਜੜ ਜੜਾਂ, ਗੱਲ ਗੱਲਾਂ, ਖੇਤ ਖੇਤਾਂ। ਜੇ ਮਨੁੱਖ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ਉਹ ਕੀ ਕਹਿੰਦੇ ਬੱਚਿਓ? ਠੀਕ ਹੈ, ਸਭ ਤੋਂ ਪਹਿਲਾਂ ਉਹ ਆਪਣੇ ਆਲੇ ਦੁਆਲੇ ਵਿੱਚ ਰੌਲਾ ਪਿਆ ਰਹਿਣਾ ਸੀ ਕਿਉਂਕਿ ਰੁੱਖ ਵੀ ਗੱਲਾਂ ਕਰਦੇ ਤਾਂ ਉਹ ਰੌਲਾ ਪਾ ਕੇ ਰੱਖਦੇ। ਨੰਬਰ 2, ਇਹ ਸੁਹਾਵਣੇ ਅਤੇ ਮੀਂਹ ਦੇ ਮੌਸਮ ਵਿੱਚ ਮਿੱਠਾ ਮਿੱਠਾ ਗੀਤ ਗਾ ਰਹੇ ਹੁੰਦੇ ਤੇ ਖੁਸ਼ ਹੁੰਦੇ ਤੇ ਨੱਚਦੇ। ਨੰਬਰ 3, ਇਹ ਆਪਣੀ ਮਰਜ਼ੀ ਨਾਲ ਇਨਸਾਨ ਨੂੰ ਹਰ ਚੀਜ਼ ਦਿੰਦੇ। ਸਿਆਣੇ ਰੁੱਖ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਹ ਉਹਨਾਂ ਲਈ ਕਿੰਨੇ ਲਾਭਦਾਇਕ ਹਨ। ਇਸ ਪਾਠ ਵਿੱਚ ਆਏ ਸੰਦਾਂ ਦੇ ਨਾਂ ਲਿਖੋ, ਜਿਵੇਂ ਕੁਹਾੜਾ, ਕਹੀ, ਕੁਹਾੜਾ, ਆਰੀ, ਹਥੌੜਾ, ਪਲਾਸ। ਸ਼ੁੱਧ ਕਰਕੇ ਲਿਖਣਾ ਬੱਚਿਓ। ਇੱਥੇ ਸਾਨੂੰ ਗਲਤ ਸ਼ਬਦ ਦਿੱਤੇ ਗਏ ਨੇ ਦੋਵੇਂ ਸਾਈਡਾਂ 'ਤੇ ਇੱਥੇ ਆਪਾਂ ਨੇ ਸਹੀ ਕਰਕੇ ਲਿਖੇ ਹੋਏ ਨੇ। ਤੁਸੀਂ ਇਹ ਵਾਲੇ ਨੋਟ ਕਰ ਸਕਦੇ ਹੋ, ਜਿਵੇਂ ਆਲ੍ਹਣਾ, ਮੀਂਹ, ਰੁੱਖ, ਨਿੰਮ, ਸ਼ਹਿਰ, ਮੂੰਹੋਂ। ਖਾਲੀ ਥਾਵਾਂ ਭਰਨੀਆਂ ਨੇ। ਕੰਬਾਈਨ ਨੂੰ ਡੈਸ਼ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ। ਕੰਬਾਈਨ ਨੂੰ ਬੇਰੋਕ ਚਲਾਉਣ ਲਈ, ਠੀਕ ਹੈ, ਇੱਥੇ ਗਲਤ ਪੜ੍ਹ ਗਏ ਆਪਾਂ। ਕੰਬਾਈਨ ਨੂੰ ਬੇਰੋਕ ਡੈਸ਼ ਲਈ, ਤਾਂ ਇੱਥੇ ਚਲਾਉਣ ਆ ਜਾਏਗਾ। ਨੰਬਰ 2, ਕੁਹਾੜਾ ਧੀਰਜ ਨਾਲ ਡੈਸ਼ ਬੋਲਿਆ। ਪਹਿਲਾਂ ਰੋਟੀ ਡੈਸ਼ ਖਾ ਲਓ। ਨੰਬਰ 4, ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਡੈਸ਼ ਹੈ ਮਨਾਉਣਾ।
ਭਗਵਾਨ ਕੌਰ ਖਿੜ-ਖਿੜ ਡੈਸ਼ ਰਹੀ ਸੀ, ਹੱਸ ਰਹੀ ਸੀ। ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਅਧਿਆਪਕਾਂ ਨੂੰ 5ਵੀਂ ਪਾਸ ਕਰਕੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ। ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ, ਸ਼੍ਰੀਮਾਨ ਜੀ। ਬੇਨਤੀ ਹੈ ਕਿ ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ। ਹੁਣ ਉਹਨਾਂ ਦੀ ਅਚਾਨਕ ਪਟਿਆਲਾ ਵਿਖੇ ਬਦਲੀ ਹੋ ਗਈ ਹੈ। ਮੇਰਾ ਸਾਰਾ ਪਰਿਵਾਰ ਉਹਨਾਂ ਨਾਲ ਜਾਣ ਕਰਕੇ ਮੇਰਾ ਜਾਣਾ ਵੀ ਜ਼ਰੂਰੀ ਹੈ। ਇਸ ਕਰਕੇ ਮੇਰਾ ਆਪ ਦੇ ਸਕੂਲ ਵਿੱਚ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੈ। ਕਿਰਪਾ ਕਰਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ ਤਾਂ ਜੋ ਮੈਂ ਉਹਨਾਂ ਨਾਲ ਪਟਿਆਲੇ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। ਆਪ ਜੀ ਦਾ ਆਗਿਆਕਾਰ। ਨਾਮ, ਜਮਾਤ 5ਵੀਂ, ਰੋਲ ਨੰਬਰ ਲਿਖਣਾ ਆਪਣਾ, ਠੀਕ ਹੈ। 16 ਜੁਲਾਈ 2022, ਮਿਤੀ ਲਿਖਣੀ ਹੈ ਇੱਥੇ 16 ਜੁਲਾਈ 2022। ਤਾਂ ਬੱਚਿਓ ਇਹ ਪਾਠ ਹੈ ਜਿਹੜਾ ਪੂਰਾ ਹੋ ਗਿਆ। ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।